ਬਹੁਤਾ ਪਾਂਦੀ। ਅੰਮ੍ਰਿਤਸਰੋਂ ਲੁਧਿਆਣੇ ਵੱਲ ਗੱਡੀ ਜਾ ਰਹੀ ਸੀ। ਤੀਸਰੇ ਦਰਜੇ ਦਾ ਸਾਰਾ ਜਿਹੜਾ ਆਲਮ ਹੈ, ਖਚਾ ਖਚ ਡੱਬੇ ਭਰੇ ਹੋਏ ਸਨ। ਸਾਰੀ ਗੱਡੀ ਭੌਂ ਭੌਂ ਆ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਤੇ ਮਿੰਨਤਾਂ ਕੀਤੀਆਂ, ਪਰ ਅੰਦਰਲਿਆਂ ਨੇ ਝਾੜ ਛੱਡਿਆ, ਕੋਈ ਥਾਂ ਨਹੀਂ। ਉਹ ਨਿੰਮੋ ਚੂਣ ਹੋਇਆ ਹਿੱਲਣ ਹੀ ਲੱਗਾ ਸੀ ਕਿ ਉਸੇ ਡੱਬੇ ਅੰਦਰੋਂ ਕਿਸੇ ਆਖਿਆ, ਥਾਂ ਕਿਉਂ ਨਹੀਂ, ਤੁਸੀਂ ਆਓ ਆਓ ਤੁਸੀਂ। ਇਹ ਕੋਈ ਫੌਜੀ ਵਰਦੀ ਵਿੱਚ ਸਨ ਤੇ ਇਹਨਾਂ ਨਾਲ ਦੇ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ। ਬਾਹਰਲਾ ਸੱਜਣ ਅੰਦਰ ਧੁੱਸ ਕੇ ਇਹਨਾਂ ਦੇ ਕੋਲ ਜਾ ਖਲੋਤਾ। 1-2 ਮਿੰਟਾਂ ਬਾਅਦ ਉਹਨਾਂ ਆਖਿਆ, ਉਸ ਅਖੀਰਲੀ ਸੀਟ ਦੇ ਉੱਤੇ ਬੈਠੇ ਬੰਦੇ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ, ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ। ਪਹੁੰਚਣਾ ਹੀ ਮੁਸ਼ਕਿਲ ਹੈ ਬਸ। ਉਸ ਆਖਿਆ ਸੀ। ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹੁੰਚਾਉਂਦਾ ਉੱਥੇ। ਤੇ ਉਸ ਆਪਣਾ ਪਾਸਾ ਜ਼ਰਾ ਕੁ ਚੁੱਕ ਕੇ ਉਹਨਾਂ ਬੰਚਾਂ ਦੀ ਵਿਚਕਾਰਲੀ ਢੋਹ ਦੇ ਉੱਤੇ ਖੜਾ ਕਰ ਦਿੱਤਾ। ਉੱਤੋਂ ਛੱਤ ਨੂੰ ਹੱਥ ਪਾ ਲਓ। ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਉਣ ਲਈ ਉਹਨਾਂ ਆਖਿਆ, ਇਹ ਸਰਦਾਰ ਜੀ ਕੋਈ ਤਮਾਸ਼ਾ ਵਿਖਾਉਣ ਲੱਗੇ ਨੇ, ਜ਼ਰਾ ਸੰਭਲ ਜਾਓ, ਮਤੇ ਇਹਨਾਂ ਦੇ ਹੇਠ ਕੋਈ ਬੰਦਾ ਆ ਕੇ ਪੀਸਿਆ ਨਾ ਜਾਵੇ। ਭਾਰੇ ਸਰੀਰ ਵੱਲ ਵੇਖ ਕੇ ਸਵਾਰੀਆਂ ਹੱਸੀਆਂ ਤੇ ਸਭ ਨੇ ਢੋਹ ਨਾਲੋਂ ਪਿੱਠਾਂ ਪਰਾਂ ਕਰ ਲਈਆਂ। ਉਹ ਦੂਜੇ ਸਿਰੇ ਪਹੁੰਚ ਗਿਆ। ਸਟੇਸ਼ਨ ਆਉਂਦਿਆਂ ਜਦੋਂ ਸੀਟ ਖਾਲੀ ਹੋਈ ਤਾਂ ਉਹ ਆਰਾਮ ਦੇ ਨਾਲ ਬਹਿ ਗਿਆ ਤੇ ਸ਼ੁਕਰੀਏ ਵਿੱਚ ਦੂਰੋਂ ਮੇਜਰ ਸਾਹਿਬ ਨੂੰ ਉਸਨੇ ਹੱਥ ਜੋੜੇ। ਉਹ ਸਟੇਸ਼ਨ ਦੇ ਉੱਤੇ ਉਤਰਿਆ ਤਾਂ ਇੱਕੋ ਹੀ ਸੀ, ਪਰ ਚੜਨ ਵਾਲੇ 2 ਆ ਗਏ। ਬੂਹੇ ਅੱਗੇ ਖੜੋਤੇ ਸਿਪਾਹੀਆਂ ਨੇ ਝੜਕ ਕੇ ਛੱਡਿਆ। ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ। ਮੇਜਰ ਸਾਹਿਬ ਨੇ ਫੇਰ ਆਖਿਆ, ਉਹ ਆ ਜਾਣ ਦਿਓ, ਆ ਜਾਣ ਦਿਓ। ਪਰ ਕੋਠਾ ਇਹਨਾਂ ਨੂੰ ਸਬਾਬ ਦੇ ਲਈ ਚਾਹੀਦਾ, ਉਹ ਕਿੱਥੇ ਤਰਾਂਗੇ? ਸਿਪਾਹੀਆਂ ਆਖਿਆ। ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ। ਉਹਨਾਂ ਟੱਟੀ ਦਾ ਬੂਹਾ ਖੋਲਿਆ, ਬੜੀ ਪੋ ਆਈ। ਸਵਾਰੀਆਂ ਨੱਕ ਕੱਜ ਲਏ, ਪਰ ਮੇਜਰ ਸਾਹਿਬ ਉੱਠੇ। ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ, ਤੁਸੀਂ ਸਮਾਨ ਅੰਦਰ ਧਰਨ ਦੀ ਕਰੋ। ਸਿਪਾਹੀਆਂ ਨੂੰ ਸ਼ਰਮ ਆ ਗਈ। ਇੱਕ ਸਿਪਾਹੀ ਟੱਟੀ ਵਿੱਚ ਗਿਆ, ਦੂਜੇ ਨੇ ਸਬਾਬ ਨੂੰ ਹੱਥ ਪਵਾਇਆ। ਟੱਟੀ ਸਾਫ਼ ਹੁੰਦੀ ਰਹੀ ਤੇ ਮੇਜਰ ਸਾਹਿਬ ਹੱਸਦੇ ਰਹੇ। ਭਾਈ ਮੈਂ ਤਾਂ ਤੋਂ ਪਹਿਲਾਂ ਧਰਮਰਾਜ ਕੋਲ ਜਾਣਾ, ਮੈਂ ਉਹਨਾਂ ਨੂੰ ਦੱਸਾਂਗਾ ਕਿ ਬੰਤਾ ਸਿੰਘ ਨੇ ਕਿਹੋ ਜਿਹੀ ਸਫਾਈ ਕੀਤੀ ਹੈ। ਖੂਬ ਪਾਣੀ ਡੋਲੀ, ਵੇਖੀ ਜ਼ਰਾ ਬੋ ਨਾ ਆਵੇ। ਟੱਟੀ ਚੰਗੀ ਸਾਫ਼ ਹੋ ਗਈ। ਅਸਬਾਬ ਉਹਦੇ ਵਿੱਚ ਚਿਣ ਦਿੱਤਾ ਗਿਆ। ਸਾਰੇ ਡੱਬੇ ਦੀ ਫਿਜ਼ਾ ਬਦਲ ਗਈ। ਉਹ ਉਸ ਡੱਬੇ ਦਾ ਕੇਂਦਰ ਬਣ ਗਿਆ। ਬੜਾ ਰੌਣਕੀ, ਬੜਾ ਹਸਮੁਖ। ਸਭ ਅੱਖਾਂ ਉਸ ਵੱਲ ਭੌਂ ਗਈਆਂ। ਅਗਲੇ ਸਟੇਸ਼ਨ ਦੇ ਉੱਤੇ ਸਕੰਜਵੀ ਵੇਚਣ ਵਾਲਾ ਆਇਆ। ਆਂਦਾ ਸੀ, ਠੰਡੇ ਮਿੱਠੇ ਗਲਾਸ, ਆਨੇ ਗਲਾਸ, ਠੰਡੇ ਮਿੱਠੇ ਗਲਾਸ, ਸਕੰਜਵੀ ਪੀਓ, ਆਨੇ ਗਲਾਸ। ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ ਸਨ। ਵੇਖ ਭਾਈ ਬੰਤਾ ਸਿਆ, ਠੰਡੇ ਮਿੱਠੇ ਹੈਨ ਵੀ। ਦੋਹਾਂ ਸਿਪਾਹੀਆਂ ਨੂੰ ਗਲਾਸ ਦਵਾ ਦਿੱਤੇ ਗਏ। ਭੀੜ ਬਹੁਤ ਸੀ। ਪੀਣਾ ਕਈ ਚਾਹੁੰਦੇ ਸਨ, ਪਰ ਬਾਰੀ ਤੱਕ ਪਹੁੰਚਣਾ ਬੜਾ ਮੁਸ਼ਕਿਲ ਸੀ। ਫੜਾਈ ਬੰਤਾ ਸਿਆ ਉਹਨਾਂ ਭਾਈਆਂ ਨੂੰ। ਉਹ ਲਾਲਾ ਜੀ ਵੀ ਬੁੱਲ ਪਈ ਚੂਸਦੇ ਨੇ, ਤੇ ਉਹ ਉਸ ਕਾਕੇ ਨੂੰ ਵੀ ਦੇ ਦੀ। 19 ਗਿਲਾਸ ਪਿਲਾਏ ਗਏ। ਗੱਡੀ ਤੁਰਨ ਵਾਲੀ ਸੀ। ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰੇ। ਉਹ ਲੈ ਭਾਈ, ਤੂੰ ਤੇ ਜਾ, 100 ਰੁਪਈਆ ਦੇ ਹੱਥ ਫੜਾ ਕੇ ਤੇ ਇਹਨੂੰ ਭੇਜ। ਮੇਜਰ ਸਾਹਿਬ ਨੇ ਆਖਿਆ, ਮੈਂ ਇਹਨਾਂ ਕੋਲੋਂ ਆਪੇ ਉਗਾ ਕਰ ਲਊਂਗਾ ਪੈਸੇ। ਸਵਾਰੀਆਂ ਦੇ ਦਿਲਾਂ ਵਿੱਚ ਉਹ ਹੰਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਸੀ। ਉਹਨਾਂ ਆਪੋ ਆਪਣੇ ਪੈਸੇ ਹੱਥੋਂ ਹੱਥੀ ਘੱਲਣੇ ਸ਼ੁਰੂ ਕਰ ਦਿੱਤੇ। ਪਰ ਮੇਜਰ ਸਾਹਿਬ ਨੇ ਝੋਲੀ ਅੱਡ ਕੇ ਹਾਸੇ ਵਿੱਚ ਗੱਲ ਉਡਾ ਦਿੱਤੀ। ਆਨਾ ਮੈਂ ਨਹੀਂ ਲੈਣਾ ਬਈ,
ਜੇ ਦੇਣਾ ਤਾਂ ਨੋਟ ਨਾਟ ਪਾਓ, ਮੇਰਾ ਕੁਝ ਬਣੇ ਵੀ, ਮੈਂ ਛੁੱਟੀ ਤੇ ਘਰ ਜਾ ਰਿਹਾ। ਸਭ ਦੇ ਆਨੇ ਮੁੜ ਗਏ ਤੇ ਲੋਕ ਉਸ ਭਖਦੇ ਦਿਲ ਵਾਲੇ ਅਫਸਰ ਕੋਲੋਂ ਝੜਦੇ ਚੰਗਿਆੜਿਆਂ ਵਿੱਚ ਮਸਤ ਹੋ ਗਏ। ਇੰਨੇ ਨੂੰ ਕਿਸੇ ਨੇ ਤੰਬਾਕੂ ਪੀਣਾ ਚਾਹਿਆ। ਨਾਲ ਦੇ ਨੇ ਆਖਿਆ, ਓਏ ਨਾ ਸਰਦਾਰ ਜੀ ਦੇ ਹੁੰਦਾ ਨਹੀਂ ਪੀਣਾ, ਰਹਿਣ ਦੇ। ਮੇਜਰ ਸਾਹਿਬ ਨੇ ਸੁਣ ਲਿਆ ਤੇ ਹੱਸ ਕੇ ਬੋਲੇ, ਪੀਣਾ ਕਿਉਂ ਨਹੀਂ, ਬੇਸ਼ੱਕ ਪੀਓ, ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ। ਕਿਸੇ ਪੁੱਛਿਆ, ਵਧੀਆ ਦੇ ਨਾਲ ਕੀ ਫਰਕ ਪੈ ਜਾਏਗਾ? ਉਹ ਵਧੀਆ ਸਿਗਰਟ ਦਾ ਧੂਆਂ ਤਾਂ ਕਈ ਵਾਰ ਸਾਡੇ ਅੰਗਰੇਜ਼ ਅਫਸਰ ਸਾਡੇ ਮੂੰਹਾਂ ਉੱਤੇ ਮਾਰਿਆ, ਉਸ ਤੋਂ ਇਹਦੀ ਸਾਨੂੰ ਆਦਤ ਹੈ। ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ, ਉਹ ਬੀੜੀ ਪੀਣ ਵਾਲਾ ਸੀ। ਸ਼ਰਮਾ ਗਿਆ, ਕਹਿਣ ਲੱਗਿਆ, ਮੈਂ ਨਹੀਂ ਪੀਂਦਾ ਜੀ, ਮੈਂ ਨਹੀਂ ਪੀਂਦਾ। ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ, ਬੀੜੀ ਦਾ ਧੂਆਂ ਤੂੰ ਬਾਰੀ ਵਿੱਚੋਂ ਬਾਹਰ ਸੁੱਟ ਛੱਡੀ, ਨਾ ਸਾਡੇ ਵੱਲ ਮਾਰੀ, ਪਰ ਭਾਈ ਪੀ ਜ਼ਰੂਰ। ਤੇ ਆਖ ਵੇਖ ਕੇ ਉਹਨੂੰ ਸੂਟਾ ਉਹਨਾਂ ਆਪ ਹੀ ਲਵਾ ਦਿੱਤਾ ਸੀ। ਅਗਲੇ ਸਟੇਸ਼ਨ ਉੱਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਕਾਈ ਤੇ ਪੁੱਛਿਆ, ਸਾਹਿਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ? ਉਹ ਮੈਂ ਕੀ ਲੈਣਾ ਸੀ ਪੇ ਮਰਿਆਂ ਦੇ ਡੱਬੇ ਵਿੱਚ? ਕੋਈ ਅਖਬਾਰ ਪੜ੍ਹਦਾ, ਕੋਈ ਕਿਤਾਬ ਮੂੰਹ ਅੱਗੇ ਧਰੀ ਬੈਠਾ, ਕੋਈ ਸਿਗਰਟ ਦੇ ਧੂਏ ਵੱਲ ਹੀ ਵੇਖੀ ਜਾ ਰਿਹਾ। ਮੈਂ ਇੱਥੇ ਆ ਗਿਆ, ਇੱਥੇ ਸਭ ਦੇ ਪਿਓ ਜਿਉਂਦੇ ਜਾਪਦੇ ਨੇ। ਤੇ ਸਾਹਿਬ ਜੀ ਫਿਰ ਮੈਂ ਤੁਹਾਡੀ ਸੀਟ ਉੱਥੇ ਜਾ ਪਵਾਂ, ਸਮਾਨ ਦਾ ਧਿਆਨ ਰੱਖਾਂਗਾ। ਨਾ ਪਈ ਨਾ, ਉੱਥੇ ਮੇਰਾ ਜਾਨਸ਼ੀਨ ਬੈਠਾ ਹੀ। ਉਹ ਕੌਣ ਸਾਹਿਬ? ਤੁਰਦੀ ਗੱਡੀ ਦੇ ਜੰਗਲੇ ਨਾਲ ਨਾ ਕੋਈ ਲਟਕ ਰਿਹਾ ਸੀ। ਮੈਨੂੰ ਡਰ ਲੱਗਾ ਕਿਤੇ ਡਿੱਗ ਡਿਗਾ ਕੇ ਮਰ ਜਾਏਗਾ, ਫਿਰ ਗਵਾਹੀਆਂ ਭੁਗਤਣੀਆਂ ਪੈਣਗੀਆਂ। ਮੈਂ ਉਸ ਨੂੰ ਅੰਦਰ ਵਾੜ ਲਿਆ। ਅਗਲੇ ਸਟੇਸ਼ਨ ਉੱਤੇ ਮੈਂ ਉਹਨੂੰ ਆਖਿਆ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ, ਪਰ ਉਹ ਪੈਰੀ ਪਏ ਜੀ ਮੈਨੂੰ ਕਿਸ ਥਾਂ ਦੇਣੀ ਹੈ। ਮੈਂ ਆਪਣੀ ਟਿਕਟ ਉਹਦੇ ਨਾਲ ਵਟਾ ਕੇ ਇੱਥੇ ਆ ਗਿਆ। ਬੰਤਾ ਸਿੰਘ ਹੋਰੀ ਇੱਥੇ ਬੈਠੇ ਸਨ। ਸੁਣ ਕੇ ਸਵਾਰੀਆਂ ਤੰਗ ਰਹਿ ਗਈਆਂ, ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ ਨਾ ਕਰਨ ਦਿੱਤੀ। ਜਿਹੜਾ ਕੋਈ ਸ਼ੁਰੂ ਕਰੇ ਉਹ ਹੋਰ ਹੀ ਗੱਲ ਆਪਣੇ ਕੋਲੋਂ ਵਹਾ ਕੇ ਉਸਨੂੰ ਚੁੱਪ ਕਰਾ ਦੇਵੇ। ਅਗਲੇ ਸਟੇਸ਼ਨ ਉੱਤੇ ਮੇਜਰ ਸਾਹਿਬ ਨੇ ਲੈ ਜਾਣਾ ਸੀ। ਉਹਨਾਂ ਕੋਲੋਂ ਨਾਲਦਿਆਂ ਨੇ ਨਾ ਪਤਾ ਪੁੱਛਿਆ। ਉਹ ਸਿਪਾਹੀਆਂ ਨਾਲ ਉਹਨਾਂ ਦਾ ਅਸਬਾਬ ਇਕੱਠਾ ਕਰਨ ਲੱਗ ਪਏ। ਅਸਬਾਬ ਦਾ ਯੁੱਧ ਮੁਕਾ ਲਈਏ, ਫਿਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖਾ ਦਿਆਂਗਾ। ਸਟੇਸ਼ਨ ਆਇਆ, ਕੁਲੀਆ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਇਹ ਕਹਿੰਦੇ ਕਾਲੀ ਕਾਲੀ ਗੱਡੀਆਂ ਹੇਠਾਂ ਉਤਰ ਗਏ। ਮੈਂ ਆਪਣਾ ਨਿੱਕ ਸੁੱਕ ਵੀ ਪੇ ਮਰਿਆਂ ਦੇ ਡੱਬੇ ਚੋਂ ਇਕੱਠਾ ਕਰਨਾ ਵੇ। ਐਤਕੀ ਮਾਫੀ ਦੇ ਦਿਓ, ਜੇ ਫਿਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਪੂਰਾ ਪਤਾ ਨੋਟ ਕਰਾ ਦੇਗਾ ਪੂਰਾ ਪਤਾ ਨੋਟ। ਚੰਗਾ ਬਈ, ਓਕੇ। ਆ ਗਏ ਸਾਰੇ ਡੱਬੇ ਵਿੱਚੋਂ ਰੂਹ ਨਿਕਲ ਗਈ। ਡੱਬਾ ਭਾਂ ਭਾਂ ਕਰਨ ਲੱਗ ਪਿਆ।